वाहिगुरु साहिब जी। कृपा करहु दीन के दाते, धन श्री गुरु ग्रंथ साहिब जी। कृपा करहु दीन के दाते, मेरा गुण अवगुण ना विचारो कोई। माटी का क्या धोपै स्वामी, मानस की गत एही। माटी का क्या धोपै स्वामी, मानस की गत एही। वाहिगुरु जी का खालसा, वाहिगुरु जी की फतेह। गुरु प्यारी, गुरु सवारी, गुरु साहबाना दा खास स्वरूप प्यारी साध संगत जी। जिमें कि आप जी नू भली भांत पता ही है कि सतगुरु जी कृपा करके तरस करके साडे पासों श्री सुखमनी साहिब जी दी बाणी दी विचार आप त्रुट के करवा रहे हैं। सो दूजी अष्टपदी दा अज चौथा पदा आरंभ होने जा रहा है, क्योंकि एक अष्टपदी विच 8 पदे हुंदे हन, 10-10 पंक्तियां वाले। सो दूसरी अष्टपदी दा कल तीजे पदे तक विचार होई सी। सो अज सतगुरु चौथे पदे विच जो विचार दस रहे है भाई कि जिस मार्ग दे पैंडे दा कोई लेखा जोखा नहीं हो सकता, जिस पैंडे नू कोई तोलिया नापिया नहीं जा सकता, वो इतना लम्मा पैंडा है, उस पैंडे ते भी ये नाम जिहड़ा है सहाई हुंदा है। सो आओ सतगुरु जी दी विचार दे नाल मूल गुरबाणी दे नाल जुड़ना करिए। वाहिगुरु साहिब जी। जे मार्ग के गने जाहि न कोसा। सतगुरु जी फरमाउंदे हन, जिस जमा दे मार्ग दे कोह नहीं गिने जा सकते। गरुड़ पुराण च साध संगत जी 86,000 जोजन जम मार्ग जम दी पुरी मात लोक विच दसी है। जीव दे ताई ਉਹ हर रोज 2000 मील उपर ले जाते हैं। इस प्रकार ਉਹ एक साल दे विच पुन्नियां नूं भी ले जाते, सुख दिंदे होए ते पापियां नूं भी ले जाते आ। इस प्रकार साल लग जाता, उथों तक जाते आ। साहिब जी कहते जिस रस्ते उत्ते कोहां मुकदियां ही नहीं, मील मुकदे ही नहीं, गिणियां ही नहीं जांदियां पापियां तो, दुखी हो के पापी पुन्नी सुखां विच भटक के तुरे फिरदे हन। इस प्रकार जिस दे पैंडे मुक्कण च नहीं आउंदे, हर का नाम ऊहा संग तोसा। सतगुरु जी फरमाउंदे भाई परमेश्वर दा जिहड़ा नाम है, हरि दा जपिया होया नाम है, ਉਹ ਉਹਨਾਂ ਤੋਸਾ ਖਰਚ ਪੱਲੇ ਬੰਨਿਆ ਹੋਇਆ ਹੈ। ਇਸ ਪ੍ਰਕਾਰ ਖਜ਼ਾਨੇ ਨੇ ਨਿਆਈ ਹੈ ਜਾਂ ਮਾਈਆਂ ਕਹਿੰਦੀਆਂ ਤੈਨੂੰ ਦਿੰਦੀਆਂ ਤੋਸਾ। ਤੋਸਾ ਸਾਧ ਸੰਗਤ ਜੀ ਜਿਸ ਵਿੱਚ ਖੰਡ ਘਿਓ ਮੈਦਾ ਇੱਕੋ ਜਿਹਾ ਮਿਲਾ ਕੇ ਪ੍ਰਸ਼ਾਦਾ ਪਕਾਇਆ ਜਾਂਦਾ ਹੈ, ਉਸ ਨੂੰ ਤੋਸਾ ਕਹੀਦਾ ਹੈ। ਖਰਚ ਵਾਸਤੇ ਤੋਸਾ ਖਜ਼ਾਨੇ ਦਾ ਨਾਮ ਵੀ ਹੈ। ਇਉਂ ਜਿਹਦੇ 'ਚ ਭਗਤੀ ਰੂਪ ਖੰਡ ਪਈ ਹੋਈ ਹੈ, ਗਿਆਨ ਰੂਪੀ ਘਿਓ ਪਿਆ ਹੋਇਆ ਹੈ, ਪ੍ਰੇਮ ਰੂਪੀ ਮੈਦਾ ਪਿਆ ਹੋਇਆ ਹੈ, ਐਸਾ ਜਿਹੜਾ ਗੁਣਾਂ ਦੇ ਸਹਿਤ ਬਣਿਆ ਹੋਇਆ ਪ੍ਰਸ਼ਾਦਾ ਹੈ, ਉਹ ਪਰਮੇਸ਼ਰ ਦਾ ਨਾਮ ਉਥੇ ਰਸਤੇ ਵਿੱਚ ਤੇਰੇ ਵਾਸਤੇ ਖਰਚ ਤੋਸਾ
ਹੋਵੇਗਾ। ਜਿਹ ਪੈੜੈ ਮਹਾ ਅੰਧ ਗੁਬਾਰਾ। ਸਾਧ ਸੰਗਤ ਜੀ, ਵਿਚਾਰ ਦੇ ਨਾਲ ਨਾਲ ਅਸੀਂ ਕੁਝ ਅਕਸ਼ਰਾਂ ਦਾ ਵੀ ਗਿਆਨ ਪ੍ਰਾਪਤ ਕਰਨਾ ਹੈ, ਸੂਝ ਪ੍ਰਾਪਤ ਕਰਨੀ ਹੈ, ਤਾਂ ਕਿ ਸਾਨੂੰ ਲਗਾ ਮਾਤਰਾ, ਕੰਨਾ, ਸਿਹਾਰੀ, ਬਿਹਾਰੀ, ਬਿੰਦੀ, ਔਂਕੜ, ਦਲੌਂਕੜ, ਲਾਮ, ਦੁਲਾਮ ਇਹ ਸਾਨੂੰ ਟਿੱਪੀ, ਅਦਕ, ਭਾਵੇਂ ਕਿ ਬਾਣੀ ਵਿੱਚ ਕਿਤੇ ਅਦਕ ਨਹੀਂ ਆਇਆ, ਪਰ ਕੁਝ ਐਸੇ ਸ਼ਬਦ ਹਨ ਜਿਨ੍ਹਾਂ ਉੱਪਰ ਸਾਨੂੰ ਅਦਕ ਲਾ ਕੇ ਬੋਲਣਾ ਪੈਂਦਾ, ਭਾਵ ਭਾਰਾ ਕਰਕੇ ਬੋਲਣਾ ਪੈਂਦਾ ਹੈ। ਸੋ ਇੱਥੇ ਜੋ ਵਿਚਾਰ ਆਈ ਹੈ, ਜਿਹ ਪੈੜੈ, ਕਈ ਮੇਰੇ ਵੀਰ ਸਾਧ ਸੰਗਤ ਜੀ, ਕੁਝ ਬੀਬੀਆਂ, ਭੈਣਾਂ, ਵੀਰ ਇਸ ਨੂੰ ਪੈਂਡੇ ਪੜ ਜਾਂਦੇ ਹਨ। ਇੱਕ ਤਾਂ ਇੱਥੇ ਬਿੰਦੀ ਨਹੀਂ ਲੱਗੀ, ਕਿਤੇ ਵੀ ਬਿੰਦੀ ਲੱਗੀ ਹੋਵੇਗੀ ਫਿਰ ਪੈ ਡੈ ਬਣੇਗਾ। ਦੂਸਰੀ ਵਿਚਾਰ ਹੈ ਕਿ ਲਾਮ ਨਹੀਂ ਲੱਗੀ ਡੱਡੇ ਨੂੰ, ਪੈਂਡੇ ਨਹੀਂ ਕਹਿਣਾ, ਪੈ ਡੈ, ਪੈ ਡੈ। ਸਤਿਗੁਰੂ ਕਹਿੰਦੇ ਭਾਈ ਜਿਹ ਪੈੜੈ ਮਹਾ ਅੰਧ ਗੁਬਾਰਾ। ਬਾਣੀ ਸ਼ੁੱਧ ਹੀ ਅਸੀਂ ਯਤਨ ਕਰਨਾ ਹੈ ਉਚਾਰਨ ਦਾ। ਸਤਿਗੁਰੂ ਜੀ ਨੂੰ ਭਲਾ ਕੋਈ ਉਹਨਾਂ ਨੂੰ ਇੱਥੇ ਲਿਖਣ ਵਿੱਚ ਕੋਈ ਹਰਜ ਸੀ ਕਿ ਉਹ ਲਾਮ ਲਾ ਦਿੰਦੇ? ਉਹਨਾਂ ਨੇ ਦੁਲਾਵਾਂ ਕਿਉਂ ਲਾਈਆਂ? ਸੋ ਅਸੀਂ ਸਤਿਗੁਰੂ ਜੀ ਦੀ ਕਰਨੀ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ। ਅਗਰ ਕਰਾਂਗੇ ਤੇ ਸਤਿਗੁਰੂ ਕਹਿੰਦੇ ਆ ਉਹ ਮੂਰਖਾਂ ਦਾ ਵੀ ਮੂਰਖ ਹੋਵੇਗਾ। ਸਤਿਗੁਰੂ ਕਹਿੰਦੇ ਜਿਹ ਪੈੜੈ ਮਹਾ ਅੰਧ ਗੁਬਾਰਾ। ਜਿਸ ਪੈਂਡੇ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਜਦੋਂ ਆਪਣੇ ਗੁਰੂ ਸੰਦੀਪਨ ਦੇ ਪੁੱਤਰਾਂ ਨੂੰ ਲੈਣ ਵਾਸਤੇ ਗਏ ਆ, ਉਸ ਵਕਤ ਰਸਤੇ 'ਚ ਬੜਾ ਭਾਰੀ ਹਨੇਰਾ ਸੀ। ਇਹਨਾਂ ਦੇ ਵਾਹੀ ਨੇ ਕਿਹਾ ਹਨੇਰਾ ਬੜਾ ਹੈ। ਕ੍ਰਿਸ਼ਨ ਜੀ ਕਹਿੰਦੇ ਸੁਦਰਸ਼ਨ ਚੱਕਰ ਦੀ ਲੋ ਦੇ ਨਾਲ ਆਪਾਂ ਚੱਲਦੇ ਹਾਂ। ਇੱਥੇ ਜੇ 12 ਸੂਰਜ ਚੜ ਜਾਣ ਉਹ ਵੀ ਸਾਰੇ ਕਾਲੇ ਤਵੇ ਵਰਗੇ ਹੋ ਜਾਣਗੇ, ਇੰਨਾ ਹਨੇਰਾ ਹੈ। ਸੋ ਉਸ ਹਨੇਰੇ ਵਾਸਤੇ ਹਜੂਰ ਕਹਿੰਦੇ ਹਨ ਜਿਹ ਪੈੜੈ ਮਹਾ ਅੰਧ ਗੁਬਾਰਾ। ਜਿਸ ਰਸਤੇ 'ਚ ਬੜਾ ਭਾਰੀ ਹਨੇਰ ਹੈ। ਸੂਰਮਿਆਂ ਦੀ ਬਾਬਤ ਇਹ ਮੰਨਿਆ ਹੈ, ਜਿਹੜੇ ਸੂਰਮੇ ਆ ਉਹ ਸੂਰਜ ਮੰਡਲ ਨੂੰ ਮੇਧ ਕੇ ਚਾਨਣ ਦੇ ਵਿੱਚ ਦੀ ਪਹੁੰਚ ਜਾਂਦੇ ਦੇਵਪੁਰੀ ਵਿੱਚ, ਅਤੇ ਜਿਹੜੇ ਪਾਪੀ ਆ ਉਹ ਮਹਾ ਭਿਆਨਕ ਹਨੇਰੇ ਵਿੱਚ ਦੀ ਖਿੱਚੇ ਧੂਏ ਜਾਂਦੇ ਹਨ। ਇਉਂ ਬੜਾ ਭਾਰੀ ਭਿਆਨਕ ਹਨੇਰਾ ਮੰਨਿਆ ਹੈ, ਜਿਵੇਂ ਅੰਨੇ ਨੂੰ ਅੰਧੇਰਾ ਹੁੰਦਾ ਹੈ। 12 ਸੂਰਜ ਚੜ ਕੇ ਵਿੱਚ ਕਾਲੇ ਬਣ ਜਾਣ। ਹਰ ਕਾ ਨਾਮ ਸੰਗ ਉਜਿਆਰਾ। ਸਤਿਗੁਰੂ ਜੀ ਫਰਮਾਉਂਦੇ ਭਾਈ ਜਿਸ ਜਗ੍ਹਾ ਤੇ ਇੰਨਾ ਹਨੇਰਾ ਹੈ, ਉਸ ਜਗ੍ਹਾ ਤੇ ਹਰ ਕਾ ਨਾਮ, ਵਾਹਿਗੁਰੂ ਜੀ ਦਾ ਨਾਮ, ਉਸ ਥਾਂ ਤੇ ਪਰਮੇਸ਼ਰ ਦਾ ਪਿਆਰਿਆਂ ਜੇ ਜਪਿਆ ਹੋਇਆ ਨਾਮ ਹੋਵੇਗਾ, ਤੇਰੇ ਸੰਗ ਉਜਿਆਰਾ, ਪ੍ਰਕਾਸ਼ ਕਰਨ ਵਾਲਾ ਨਾਮ ਹੋਵੇਗਾ। ਉਹ ਹਨੇਰੇ ਨੂੰ ਚੱਕ ਦੇਵੇਗਾ। ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੈ ਭਰਮ ਅੰਧੇਰਾ। ਜਹਾਂ ਪੰਥ ਤੇਰਾ ਕੋ ਨ ਸਿਆਨੂ। ਜਿਸ ਹਾਰ ਵਿੱਚ ਤੇਰਾ ਕੋਈ ਸਿਆਨੂ ਗਿਆਨੂ ਨਹੀਂ, ਕੋਈ ਮਿਲਾਪੀ ਨਹੀਂ ਹੈ, ਤੂੰ ਉਸ ਰਸਤੇ ਤੇ ਅਜਨਬੀ ਹੈ, ਪਰਾਇਆ ਹੈ। ਹਰ ਕਾ ਨਾਮ ਤਹਿ ਨਾਲ ਪਛਾਨੂ। ਪਰਮੇਸ਼ਰ ਦਾ ਨਾਮ ਜੇ ਜਪਿਆ ਹੋਇਆ ਹੋਵੇਗਾ, ਉੱਥੇ ਉਹ ਸਿਆਨੂ ਤੇਰਾ ਨਾਮ ਸਾਥੀ ਹੋਵੇਗਾ। ਸਭ ਲੋਕ ਨਾਮ ਕਰਕੇ ਪਛਾਣਨਗੇ, ਆਦਰ ਕਰਨਗੇ। ਪਿਤਰ ਲੋਕ, ਦੇਵ ਲੋਕ ਆਦਿ ਸਭ ਸਤਿਕਾਰ ਕਰਨਗੇ। ਪਰਮੇਸ਼ਰ ਦਾ ਨਾਮ ਸੰਗੀ ਹੋਵੇਗਾ, ਤੇਰੇ ਨਾਲ ਪਛਾਨਣਾ ਕਰੀ। ਜਹ ਮਹਾ ਭਿਆਨ ਤਪਤ ਬਹੁ ਕਾਮ। ਜਿੱਥੇ ਬੜਾ ਭਾਰੀ ਭਿਆਨਕ ਸੂਰਜ ਕਹਿੰਦੇ 12 ਸੂਰਜ ਇਕੱਠੇ ਚੜ ਕੇ ਪਾਪੀਆਂ ਨੂੰ ਤਪਾਉਣਗੇ, ਉੱਥੇ ਬੜੀ ਭਿਆਨਕ ਤਪਸ਼ ਹੋਵੇਗੀ, ਕਾਮ ਧੁੱਪ ਦੀ, ਸੂਰਜ ਦੀ। ਕਹਿ ਹਰ ਕੇ ਨਾਮ ਕੀ ਤੁਮ ਊਪਰ ਸ਼ਾਮ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਮੁਜੱਸਮੇ ਸਤਿਗੁਰੂ, ਠੰਡਕ ਦੇ ਸ਼ਾਂਤੀ ਦੇ ਰੂਪ। ਫਰਮਾਰੇ ਹੈ ਭਾਈ ਉੱਥੇ ਪਰਮੇਸ਼ਰ ਦੇ ਨਾਮ ਦੀ ਤੇਰੇ ਜਪਿਆ ਹੋਇਆ ਹੋਵੇਗਾ ਛਾਂ ਹੋਵੇਗੀ। ਉਹ ਧੁੱਪ ਨੂੰ ਮਿਟਾਉਣ ਵਾਲੀ, ਠੰਡ ਪਾਉਣ ਵਾਲੀ ਸੀਤਲ ਪਰਮੇਸ਼ਰ ਵੀ ਛਾਂ ਹੋਵੇਗੀ। ਜਹਾ ਤ੍ਰਿਖਾ ਮਨ ਤੁਝ ਆ ਕਰਖੈ, ਜਿੱਥੇ ਸਾਧ ਸੰਗਤ ਜੀ ਤਿਹ ਬੜੀ ਭਾਰੀ ਲੱਗੇਗੀ। ਜਮ ਕਹਿਣਗੇ ਫਲਾਣਾ ਪੁੰਨ ਦੇ ਦੇ ਤਾਂ ਤੈਨੂੰ ਪਾਣੀ ਦੇਵਾਂਗੇ। ਇਉਂ ਤਿਹ ਦੇ ਨਾਲ ਤੇਰਾ ਮਨ ਬਹੁਤ ਸਾਰਾ ਖਿੱਚਿਆ ਜਾਏਗਾ। ਜੀ ਤੇਰਾ ਹੈ, ਪ੍ਰਾਣ ਨਿਕਲਣਗੇ। ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ, ਜੇ ਤੇਰਾ ਪਰਮੇਸ਼ਰ ਦਾ ਨਾਮ ਪਹਿਲਾਂ ਜਪਿਆ ਹੋਇਆ ਹੋਵੇਗਾ, ਉਹ ਹਰ ਹਰ ਨਾਮ ਜਿਹੜਾ ਅੰਮ੍ਰਿਤ ਦੀ ਵਰਖਾ ਕਰੇਗਾ ਤੈਨੂੰ ਅਮਰ ਕਰ ਦੇਵੇਗਾ, ਤੇਰੀਆਂ ਤੇਹਾਂ ਸਾਰੀਆਂ ਮੇਟ ਦੇਵੇਗਾ। ਐਸਾ ਪਰਮੇਸ਼ਰ ਦਾ ਨਾਮ ਹੈ ਜਿੱਥੇ ਅਸੀਂ ਜਾ ਕੇ ਇਹਨਾਂ ਚਮਦੀਆਂ ਅੱਖਾਂ ਨਾਲ ਵੇਖ ਨਹੀਂ ਸਕਦੇ। ਉਹ ਪਰਲੋਕ ਦੀ ਹਾਲਤ ਨੂੰ ਸਾਹਿਬ ਬਿਆਨ ਕਰਕੇ ਇਹ ਸਾਰੀਆਂ ਸਾਡੀਆਂ ਅੱਖਾਂ ਦੁਆਰਾ ਸਮਝਾ ਰਹੇ ਹਨ, ਬੁਝਾ ਰਹੇ ਹਨ। ਭਗਤ ਜਨਾਂ ਕੀ ਬਰਤਨ ਨਾਮ, ਸਤਿਗੁਰੂ ਜੀ ਫਰਮਾਉਂਦੇ ਭਾਈ ਜਿਹੜੇ ਸਤਿਗੁਰੂ ਜੀ ਦੇ ਭਗਤ ਹਨ, ਸੇਵਕ ਹਨ, ਗੁਰਮੁਖ ਪਿਆਰੇ ਹਨ, ਉਹਨਾਂ ਦਾ ਵਰਤਾਰਾ ਭਾਵ ਵਰਤਨ ਵਿਹਾਰ ਹੋਰ ਸਾਰੇ ਵਰਤਾਰੇ ਉਹਨਾਂ ਨੇ ਛੱਡ ਦਿੱਤੇ ਹਨ। ਉਹਨਾਂ ਦਾ ਵਰਤਾਰਾ ਵੀ ਨਾਮ ਹੈ। ਸੰਤ ਜਨਾਂ ਕੈ ਮਨ ਬਿਸਰਾਮ, ਸ਼ਾਂਤ ਚਿੱਤ ਜਿਨ੍ਹਾਂ ਨੂੰ ਸਾਸ ਗਿਰਾਸ ਨਹੀਂ ਵਿਛੜਦਾ, ਉਹਨਾਂ ਦੇ ਮਨ ਵਿੱਚ ਮਹਾਰਾਜ ਨੇ ਵਿਸ਼ਰਾਮ ਸਥਿਤੀ ਕਰ ਲਈ। ਆਪ ਹੀ ਵਾਹਿਗੁਰੂ ਵਸ ਗਏ ਹਨ। ਹਰ ਕਾ ਨਾਮ ਦਾਸ ਕੀ ਓਟ, ਜੋ ਪਰਮੇਸ਼ਰ ਨਾਮ ਹੈ ਮਹਾਰਾਜ ਦੇ ਦਾਸਰੇ ਹਨ। ਉਸ ਦੀ ਟੇਕ ਹੈ, ਉਹਨਾਂ ਦੀ ਓਟ ਹੈ, ਆਸਰਾ ਹੈ ਲੋਕ ਪਰਲੋਕ ਦਾ। ਹਰ ਕੈ ਨਾਮ ਉਧਰੇ ਜਨ ਕੋਟ, ਪਰਮੇਸ਼ਰ ਦੇ ਨਾਮ ਕਰਕੇ ਕਰੋੜਾਂ ਹੀ ਪੁਰਖ ਉਧਰ ਗਏ ਹਨ ਸੰਸਾਰ ਤੋਂ। ਹਰ ਜਸ ਕਰਤ ਸੰਤ ਦਿਨ ਰਾਤ, ਮਹਾਰਾਜ ਦੇ ਉਹ ਸੰਤ ਆ ਜਿਹੜੇ ਰਾਤ ਦਿਨ ਹਰੀ ਦਾ ਕੀਰਤਨ ਕਰਦੇ ਆ, ਜਸ ਕਰਦੇ ਆ। ਉਹਨਾਂ ਨੂੰ ਅਵਿਦਿਆ ਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਗਿਆ ਹੈ। ਹਰ ਹਰ ਔਖਦ ਸਾਧ ਕਮਾਤ, ਪਰਮੇਸ਼ਰ ਦਾ ਨਾਮ ਹੀ ਦਵਾਈ ਹੈ ਸਾਰਿਆਂ ਰੋਗਾਂ ਦੇ ਮੇਟਣ ਦੀ। ਸੰਤ ਜਨ ਇਸ ਨੂੰ ਕਮਾਉਂਦੇ ਹਨ ਸਦਾ ਵਾਸਤੇ। ਉਹਨਾਂ ਕਮਾਈ ਕੀਤੀ ਅੰਮ੍ਰਿਤ ਨਾਮ ਦੀ। ਹਰ ਜਨ ਕੈ ਹਰ ਨਾਮ ਨਿਧਾਨ, ਜੋ ਹਰੀ ਦੇ ਪਿਆਰੇ ਹਨ ਉਹਨਾਂ ਨੇ ਤਾਂ ਪਰਮੇਸ਼ਰ ਦਾ ਨਾਮ ਹੀ ਖਜ਼ਾਨਾ ਸਮਝਿਆ ਹੈ, ਲੋਕ ਦਾ ਵੀ ਪਰਲੋਕ ਦਾ ਵੀ। ਪਾਰ ਬ੍ਰਹਮ ਜਨ ਕੀਨੋ ਦਾਨ, ਇਹ ਆਪੋ ਨਹੀਂ ਹੋਰ ਕਿਤੋਂ ਪ੍ਰਾਪਤ ਹੁੰਦਾ। ਪਾਰ ਬ੍ਰਹਮ ਪਰਮੇਸ਼ਰ ਨੇ ਆਪਣੇ ਜਨਾਂ ਸੰਤਾਂ ਭਗਤਾਂ ਨੂੰ ਦਾਨ ਹੀ ਦੇ ਦਿੱਤਾ ਹੈ, ਬਖਸ਼ਿਸ਼ ਹੀ ਕਰ ਦਿੱਤੀ ਹੈ। ਮਨ ਤਨ ਰੰਗ ਰਤੇ ਰੰਗ ਏਕੈ, ਜਿਹੜੇ ਮਨ ਕਰਕੇ ਇੱਕ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰਤੇ ਗਏ ਆ, ਜਿਹੜੇ ਤਨ ਕਰਕੇ ਵੀ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰਤੇ ਹੋਏ ਆ, ਉਹ ਰੰਗ ਏਕ ਹੈ, ਇੱਕੋ ਰੂਪ ਹੀ ਹੋ ਗਏ ਮਹਾਰਾਜ ਨਾਲ ਮਿਲ ਕੇ। ਨਾਨਕ ਜਨ ਕੈ ਬਿਰਤ ਬਬੇਕੈ, ਸਤਿਗੁਰੂ ਸਾਹਿਬ ਜੀ ਮਹਾਰਾਜ ਦੇ ਜਿਹੜੇ ਜਨ ਹੈ ਨਾ, ਉਹਨਾਂ ਦੀ ਬਿਰਤੀ 'ਚ ਹਰ ਵਕਤ ਬਬੇਕ ਹੈ। ਜੀਵ ਈਸ਼ ਦੀ ਏਕਤਾ ਉਸ ਦੇ ਅੰਦਰ ਹਰ ਵਕਤ ਕਾਇਮ ਰਹਿੰਦੀ ਹੈ। ਗਿਆਨ ਕਦੇ ਭੁੱਲਦਾ ਨਹੀਂ।
ਐਸਾ ਬਿਰਤੀ 'ਚ ਗਿਆਨ ਹੈ ਉਹਨਾਂ ਦੇ। ਬ੍ਰਹਮਾਕਾਰ ਬਿਰਤੀ ਦੀ ਵਿਵੇਕ ਜੀਵ ਈਸ਼ ਦੀ ਏਕਤਾ ਹੀ ਫੁਰਦੀ ਰਹਿੰਦੀ ਹੈ। ਜਨਾਂ ਦੀ ਬਿਰਤੀ ਜਿਹੜੀ ਹੈ ਨਾ, ਰੁਜ਼ਗਾਰ ਇਹ ਗਿਆਨ ਵਾਲੀ ਹੈ। ਉਹਨਾਂ ਦਾ ਰੁਜ਼ਗਾਰ ਵੀ ਮਹਾਰਾਜ ਦੇ ਗਿਆਨ 'ਚ ਇਸ ਸਥਿਤ ਹੋਣਾ ਇਹੋ ਸਮਝਿਆ ਹੈ। ਰੋਜੀ ਆਦਿਕ ਜਿਹੜੀ ਕਮਾਉਣੀ ਹੈ, ਸੋ ਹੋਰ ਨਹੀਂ ਕੋਈ ਬਿਰਤ ਕਰਦੇ, ਗਿਆਨ ਵਿੱਚ ਹੀ ਟਿਕੇ ਰਹਿੰਦੇ ਹਨ ਹਰ ਵਕਤ। ਜਨਾਂ ਦੇ ਰਤ ਵੈਰਾਗ ਦੀ ਤਰਤੀਬ ਵੈਰਾਗ ਹੈ ਅਤੇ ਵਿਵੇਕ ਵੀ ਅਪਰੋਖ ਗਿਆਨ ਹੈ। ਜੀਵ ਈਸ਼ ਦੀ ਏਕਤਾ ਦਾ ਇਹ ਜਨਾਂ ਦੇ ਪਾਸ ਹੈ। ਇਸ ਪ੍ਰਕਾਰ ਜਨਾਂ ਦਾ ਜਿਹੜਾ ਬਿਰਤ ਵਰਤਾਰਾ ਹੈ, ਉਹ ਵਿਵੇਕ ਗਿਆਨ ਵਿੱਚ ਹੀ ਹਰ ਵਕਤ ਹੈ। ਹਰਿ ਕਾ ਨਾਮ ਜਨ ਕੋ ਮੁਕਤ ਜੁਗਤ। ਹਰਿ ਕਾ ਨਾਮ, ਹਰੀ ਦਾ ਨਾਮ ਹੀ ਜਨਾਂ ਨੂੰ ਮੁਕਤੀ ਦੀਆਂ ਜੁਗਤੀਆਂ ਹੈ। ਜਿਹੜੀਆਂ ਜੁਗਤੀਆਂ ਹਨ ਮੁਕਤੀ ਦੀਆਂ, ਇਹ ਵੀ ਹਰੀ ਦਾ ਨਾਮ ਹੀ ਹੈ। ਜਿਨ੍ਹਾਂ ਨੇ ਸਮਝਿਆ ਹੈ, ਸਿਮਰਨ ਕਰਨ ਨਾਲ ਹੀ ਮੁਕਤ ਹੋਈਦਾ ਹੈ। ਜਿਵੇਂ ਸਤਿਗੁਰੂ ਜੀ 831 ਅੰਗ ਤੇ ਫਰਮਾਉਂਦੇ ਹਨ, ਕਲ ਮੈਂ ਮੁਕਤ ਨਾਮ ਤੇ ਪਾਵਤ, ਗੁਰ ਜਹ ਭੇਦ ਬਤਾਵੈ। ਹਰਿ ਕੈ ਨਾਮ ਜਨ ਕੋ ਹਰਿ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਪਰਮੇਸ਼ਰ ਦੇ ਨਾਮ ਕਰਕੇ ਹੀ ਮਹਾਰਾਜ ਦੇ ਜਿਹੜੇ ਜਨ ਪਿਆਰੇ ਹਨ, ਉਹਨਾਂ ਨੂੰ ਆਤਮ ਤ੍ਰਿਪਤੀ ਦੇਣ ਵਾਲੀ ਭੁਗਤ ਭੋਜਨ ਹੈ। ਪੂਰਨ ਤ੍ਰਿਪਤ ਕਰਨ ਵਾਲਾ ਗਿਆਨ ਰੂਪੀ ਭੋਜਨ ਵੀ ਪਰਮੇਸ਼ਰ ਦਾ ਨਾਮ ਹੀ ਹੈ। ਇਹੋ ਹੀ ਭੋਜਨ ਖਾਦਾ ਹੈ ਜਿਸ ਨੂੰ ਖਾ ਕਰਕੇ ਸਦਾ ਹੀ ਤ੍ਰਿਪਤ ਰਹਿੰਦੇ ਆ। ਕਦੇ ਕਿਸੇ ਪ੍ਰਕਾਰ ਤ੍ਰਿਸ਼ਨਾ ਰਸਾਂ ਕਸਾਂ ਦੀ ਭੁੱਖ ਨਹੀਂ ਉਹਨਾਂ ਨੂੰ ਲੱਗਦੀ। ਹਰਿ ਕਾ ਨਾਮ ਜਨ ਕਾ ਰੂਪ ਰੰਗ। ਹਰੀ ਦਾ ਨਾਮ ਹੀ ਜਨਾਂ ਦਾ ਚੰਗਾ ਰੂਪ ਹੈ, ਚੰਗਾ ਰੰਗ ਹੈ। ਰੰਗ ਪ੍ਰੇਮ ਦਾ ਆਨੰਦ ਚਾੜਨ ਵਾਲਾ ਵੀ ਜਨਾਂ ਦਾ ਨਾਮ ਹੀ ਹੈ। ਨਾਮ ਨੂੰ ਉਹਨਾਂ ਦੇ ਸਰੂਪ ਦੇ ਉੱਤੇ ਪਾਊਡਰ ਮਲ ਕੇ, ਜਿਵੇਂ ਕੁੜੀਆਂ ਕਈ ਬੁੱਲ ਲਾਲ ਲਹੂ ਵਰਗੇ ਕਰ ਲੈਂਦੀਆਂ, ਰੂਪ ਬਣਾਉਂਦੀਆਂ, ਪਟੇ ਬਣਾਉਂਦੀਆਂ, ਮਹਾਰਾਜ ਦਾ ਨਾਮ ਹੀ ਜਨਾਂ ਦੇ ਰੂਪ ਤੇ ਰੰਗ ਆਦਿਕ ਸਮਝਿਆ। ਹੋਰ ਆਕਾਰਾਂ ਵਿੱਚ ਨਹੀਂ ਫਸਦੇ। ਰੰਗ ਪ੍ਰੇਮ ਦੇ ਨਾਮ ਨਾਲ ਹੀ ਹੈ। ਰੂਪ ਸਰੂਪ ਦੀ ਪ੍ਰਾਪਤੀ ਵੀ ਨਾਮ ਕਰਕੇ ਹੀ ਹੈ ਭਗਤ ਜਨਾਂ ਦੀ। ਹਰ ਨਾਮ ਜਪਤ ਕਬ ਪਰੈ ਨ ਭੰਗ। ਪਰਮੇਸ਼ਰ ਦਾ ਨਾਮ ਜਪਣੇ ਕਰਕੇ ਕਦੇ ਭੰਗਣਾ ਵਿਘਨ ਨਹੀਂ ਪੈਂਦਾ ਪੁਰਖ ਨੂੰ। ਜਿਵੇਂ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਗ 522 ਤੇ ਫਰਮਾਉਂਦੇ ਹਨ, ਕੋਟ ਬਿਗਨ ਤਿਸ ਲਾਗਤੇ, ਜਿਸਨੋ ਵਿਸਰੈ ਨਾਉ। ਨਾਨਕ ਅਨ ਦਿਨ ਬਿਲਪਤੇ, ਜਿਉ ਸੁਣੈ ਘਰ ਕਾਉ। ਸੋ ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਪਰਮੇਸ਼ਰ ਦਾ ਨਾਮ ਜਪਦਿਆਂ ਕਦੇ ਵੀ ਬਿਗਨ ਨਹੀਂ ਪੈਂਦਾ, ਮਨ ਢਹਿੰਦਾ ਨਹੀਂ, ਕਿਸੇ ਪ੍ਰਕਾਰ ਦੀ ਭੰਗਣਾ ਨਹੀਂ ਪੈਂਦੀ ਜੋ ਸਾਧਨ ਕਰਦੇ ਹਨ। ਹਰਿ ਕਾ ਨਾਮ ਜਨ ਕੀ ਵਡਿਆਈ। ਪਰਮੇਸ਼ਰ ਦਾ ਨਾਮ ਹੀ ਜਨਾਂ ਦੀ ਵਡਿਆਈ ਹੈ। ਜਿਹੜੀ ਦੁਨੀਆ 'ਚ ਵਡਿਆਈ ਹੈ, ਪਰਮੇਸ਼ਰ ਦਾ ਨਾਮ ਹੀ ਮਹਾਰਾਜ ਦੇ ਪਿਆਰੇ ਸਮਝਦੇ ਆ। ਹੋਰ ਵਡਿਆਈਆਂ ਦੀ ਇੱਛਾ ਨਹੀਂ ਰੱਖਦੇ। ਹਰਿ ਕੈ ਨਾਮ ਜਨ ਸੋਭਾ ਪਾਈ। ਪਰਮੇਸ਼ਰ ਦੇ ਨਾਮ ਕਰਕੇ ਹੀ ਜਨਾਂ ਨੇ ਪਰਲੋਕ ਵਿੱਚ ਵੀ ਸੋਭਾ ਪਾਉਣਾ ਕੀਤੀ ਹੈ, ਵਡਿਆਈ ਪਾਈ ਹੈ। ਹਰਿ ਕਾ ਨਾਮ ਜਨ ਕਉ ਭੋਗ ਜੋਗ। ਪਰਮੇਸ਼ਰ ਦਾ ਨਾਮ ਹੀ ਜਨਾਂ ਨੂੰ ਦੁਨੀਆ ਦੇ ਜਿਹੜੇ ਰਾਜ ਦੇ ਭੋਗ ਭੋਗਣੇ ਆ, ਇਹ ਵੀ ਪਰਮੇਸ਼ਰ ਦਾ ਨਾਮ ਹੀ ਗੁਰਮੁਖਾਂ ਨੇ ਸਮਝਿਆ ਹੈ। ਅਤੇ ਜਿਹੜਾ ਜੋਗ ਕਮਾਉਣਾ ਹੈ, ਇਹ ਵੀ ਪਰਮੇਸ਼ਰ ਦਾ ਨਾਮ ਹੀ ਗੁਰਮੁਖਾਂ ਨੇ ਸਮਝਿਆ।
ਹਰ ਵਕਤ ਜੁੜ ਕੇ ਪਰਮੇਸ਼ਰ ਦੇ ਆਨੰਦ ਨੂੰ ਭੋਗਦੇ ਹਰੀ ਦੇ ਨਾਮ ਕਰਕੇ। ਹਰ ਨਾਮ ਜਪਤ ਕਛ ਨਾਹਿ ਬਿਯੋਗ। ਜੋ ਪਰਮੇਸ਼ਰ ਦਾ ਨਾਮ ਜਪਦੇ ਆ ਉਹਨੂੰ ਕਿਸੇ ਪ੍ਰਕਾਰ ਦਾ ਕਹਿੰਦੇ ਵਿਯੋਗ ਵਿਛੋੜਾ ਨਹੀਂ ਹੁੰਦਾ। ਹਰ ਵਕਤ ਮਹਾਰਾਜ ਦੇ ਵਿੱਚ ਮਿਲੇ ਹੀ ਰਹਿੰਦੇ ਹਨ। ਜਨ ਰਾਤਾ ਹਰ ਨਾਮ ਕੀ ਸੇਵਾ। ਇਸ ਪ੍ਰਕਾਰ ਜਿਹੜੇ ਭਾਈ ਜਨ ਹਨ ਮਹਾਰਾਜ ਦੇ ਪਰਮੇਸ਼ਰ ਦੇ ਨਾਮ ਦੀ ਸੇਵਾ ਵਿੱਚ ਹੀ ਹਰ ਵਕਤ ਰੰਗੇ ਰਹਿੰਦੇ ਹਨ। ਨਾਨਕ ਪੂਜੈ ਹਰ ਹਰ ਦੇਵਾ। ਸਤਿਗੁਰੂ ਸਾਹਿਬ ਜੀ ਕਹਿੰਦੇ ਹਰ ਹਰ ਜੋ ਪਰਮੇਸ਼ਰ ਹੈ ਉਸ ਦਾ ਹੀ ਪੂਜਨ ਕਰਦੇ ਉਹ ਹੀ ਦੇਵ ਹੈ ਸਾਡਾ। ਉਸ ਹਰ ਹਰ ਦੇਵ ਪੂਜਨੀਕ ਪਰਮੇਸ਼ਰ ਦਾ ਹੀ ਪੂਜਨ ਕਰਦੇ ਹਾਂ। ਜਿਹੜੇ ਹਰ ਹਰ ਨਾਮ ਨੂੰ ਪੂਜਦੇ ਆ ਉਹ ਸਾਰਿਆਂ ਦੇ ਦੇਵ ਰਾਜੇ ਆ। ਉਹ ਹਰ ਹਰ ਜਪਣ ਵਾਲੇ ਦੇਵ ਰੂਪ ਆ। ਸਾਰੀ ਦੁਨੀਆ ਉਹਨਾਂ ਨੂੰ ਹਰ ਹਰ ਰੂਪ ਜਾਣ ਕੇ ਪੂਜਦੀ ਆ। ਹਰ ਹਰ ਜਨ ਕੈ ਮਾਲ ਖਜ਼ੀਨਾ। ਪਰਮੇਸ਼ਰ ਦਾ ਨਾਮ ਹੀ ਮਹਾਰਾਜ ਦੇ ਜਨਾਂ ਦਾ ਮਾਲ ਹਾਥੀ ਘੋੜੇ ਆਦਿਕ ਹੈ ਤੇ ਪਰਮੇਸ਼ਰ ਦਾ ਨਾਮ ਹੀ ਰੋਕੜੀ ਖਜ਼ੀਨਾ ਖਜ਼ਾਨਾ ਹੈ। ਹਰ ਧਨ ਜਨ ਕੋ ਆਪ ਪ੍ਰਭ ਦੀਨਾ। ਇਹ ਹਰ ਨੇ ਆਪ ਦਾ ਨਾਮ ਰੂਪੀ ਧਨ ਆਪ ਦੇ ਭਗਤਾਂ ਜਨਾਂ ਨੂੰ ਆਪ ਹੀ ਕਿਰਪਾ ਕਰਕੇ ਦਿੱਤਾ ਹੈ। ਹਰ ਹਰ ਜਨ ਕੈ ਓਟ ਸਤਾਣੀ। ਇਹ ਹਰੀ ਦਾ ਨਾਮ ਹੀ ਜਨਾਂ ਦੀ ਓਟ ਹੈ। ਸਤਾਣੀ ਸਹਿਜ ਬਲ ਵਾਲੀ ਅਤੇ ਬੜੇ ਬਲ ਵਾਲੀ ਓਟ ਹੈ ਪਰਮੇਸ਼ਰ ਦਾ ਨਾਮ ਜਨਾਂ ਦੀ। ਹਰ ਪ੍ਰਤਾਪ ਜਨ ਅਵਰ ਨ ਜਾਣੀ। ਹਰੀ ਦੇ ਪ੍ਰਤਾਪ ਕਰਕੇ ਮਹਾਰਾਜ ਦੇ ਜਨਾਂ ਨੇ ਹੋਰ ਨਹੀਂ ਕਿਸੇ ਨੂੰ ਜਾਣਿਆ। ਇੱਕ ਪਰਮੇਸ਼ਰ ਦੇ ਜਨ ਹੀ ਹੋ ਰਹਿੰਦੇ ਹਨ। ਓਤ ਓਤ ਜਨ ਹਰ ਰਸ ਰਾਤੇ। ਉਹ ਪਰਮੇਸ਼ਰ ਇਹਨਾਂ ਭਗਤਾਂ ਵਿੱਚ ਹੀ ਪਰੋਤਾ ਹੋਇਆ ਹੈ ਅਤੇ ਭਗਤ ਜਨ ਉਸ ਵਾਹਿਗੁਰੂ ਵਿੱਚ ਪਰੋਤੇ ਹੋਏ ਆ। ਤਾਣੇ ਪੇਟੇ ਵੱਤ ਜਨ ਹਰੀ ਦੇ ਰਸ ਵਿੱਚ ਰੰਗੇ ਰਹਿੰਦੇ ਆ ਅਤੇ ਹਰੀ ਵੀ ਉਹਨਾਂ ਦੇ ਪ੍ਰੇਮ ਵਿੱਚ ਰੰਗਿਆ ਰਹਿੰਦਾ ਹੈ। ਸੁਨ ਸਮਾਦ ਨਾਮ ਰਸ ਮਾਤੇ। ਸੁਨ ਅਫੁਰ ਰੂਪ ਚ ਸਮਾਧੀ ਲੱਗੀ ਹੈ ਉਹਨਾਂ ਦੀ। ਸਭ ਫੁਰਨਿਆਂ ਤੋਂ ਰਹਿਤ ਹੈ ਨਾਮ ਰਸ ਚ ਜਿਹੜੇ ਮਸਤਿਆ। ਦਸਵੇਂ ਦੁਆਰ ਦੀ ਸਮਾਧੀ ਵੀ ਉਹਨਾਂ ਨੂੰ ਪ੍ਰਾਪਤ ਹੈ ਨਾਮ ਰਸ ਚ ਜਿਹੜੇ ਮਸਤਿਆ ਅਫੁਰ ਹੋ ਗਏ ਆ। ਸਮਾਧੀ ਲਾ ਕਰਕੇ ਨਾਮ ਰਸ ਚ ਐਸੇ ਮਸਤ ਹੋਏ ਕਿ ਫੁਰਨੇ ਸਭ ਚੁੱਕੇ ਗਏ। ਆਠ ਪਹਿਰ ਜਨ ਹਰ ਹਰ ਜਪੈ। ਮਹਾਰਾਜ ਦੇ ਜਨ ਤਾਂ ਅੱਠੇ ਪਹਿਰ ਹਰ ਹਰ ਪਰਮੇਸ਼ਰ ਦੇ ਨਾਮ ਦਾ ਹੀ ਜਾਪ ਕਰਦੇ ਹਨ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਜੋ ਹਰੀ ਦੀ ਭਗਤੀ ਕਰਨ ਵਾਲੇ ਹਨ ਉਹ ਪ੍ਰਗਟੇ ਸਾਰੀ ਦੁਨੀਆ ਵਿੱਚ, ਕੋਈ ਲੁਕੇ ਛਿਪੇ ਨਹੀਂ। ਉਹ ਨਾ ਤਾਂ ਪ੍ਰਗਟ ਜਨਮ ਧਾਰਦੇ ਨਾ ਛਪੈ ਮਰਦੇ ਹਨ। ਜੰਮਣ ਮਰਨ ਤੋਂ ਰਹਿਤ ਹੋ ਗਏ ਮਹਾਰਾਜ ਦੇ ਭਗਤ। ਹਰ ਕੀ ਭਗਤ ਮੁਕਤ ਬਹੁ ਕਰੇ। ਪਰਮੇਸ਼ਰ ਦੀ ਭਗਤੀ ਨੇ ਬਹੁਤ ਸਾਰੇ ਲੋਕ ਮੁਕਤ ਕਰ ਦਿੱਤੇ ਹਨ। ਨਾਨਕ ਜਨ ਸੰਗ ਕੀਤੇ ਤਰੇ। ਜਿਹੜੇ ਮਹਾਰਾਜ ਦੇ ਪਿਆਰਿਆਂ ਜਨਾਂ ਦੀ ਸਿਮਰਨ ਕਰਨ ਵਾਲਿਆਂ ਦੀ ਸੰਗਤ ਕਰਦੇ ਆ ਕਿਤਨੇ ਹੀ ਸ੍ਰਿਸ਼ਟੀ ਦੇ ਵਿੱਚੋਂ ਉਧਰ ਗਏ ਤਰ ਗਏ। ਪਾਰ ਜਾਤ ਇਹ ਹਰ ਕੋ ਨਾਮ। ਇਹ ਭਾਈ ਪਰਮੇਸ਼ਰ ਦਾ ਨਾਮ ਤਾਂ ਕਲਪੱਤਰ ਬ੍ਰਿਸ਼ ਦੀ ਨਿਆਈ ਹੈ। ਗੁਰਸਿੱਖੋ ਜਾਣਨਾ ਕਰੋ, ਸਭ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ। ਕਾਮ ਧੇਨ ਹਰ ਹਰ ਗੁਣ ਗਾਮ। ਹਰ ਹਰ ਦੇ ਜਿਹੜੇ ਗੁਣ ਗਾਉਣ ਵਾਲੀ ਸੰਗਤ ਹੈ, ਸਥਾਨ ਹੈ,
ਇਹ ਮਾਨੋ ਕਾਮਧੇਨ ਹੈ, ਗਊ ਹੈ ਸਾਧ ਸੰਗਤ। ਹਰ ਹਰ ਦੇ ਜਿਹੜੇ ਗੁਣ ਗਾਉਣੇ, ਗੁਣਾਂ ਦਾ ਗਾਮ ਬਣਾਉਣਾ, ਆਪਣਾ ਨਗਰ ਬਣਾਉਣਾ, ਦੇਹ ਨੂੰ ਇਹੋ ਕਾਮਧੇਨ ਹੈ। ਸਭ ਤੇ ਊਤਮ ਹਰਿ ਕੀ ਕਥਾ, ਹਰੀ ਅਕਾਲ ਪੁਰਖ ਦੀ ਪ੍ਰਾਪਤੀ ਵਾਲੀ ਜਿਹੜੀ ਕਥਾ ਹੈ, ਸੁਖ ਰੂਪ ਦੀ ਥਾਂ ਇਸ ਸਥਿਤੀ ਕਰਨ ਵਾਲੀ ਜੋ ਕਥਾ ਹੈ, ਸਰੂਪ ਲਖਣਾਂ ਦੁਆਰਾ ਜਿਸ ਦਾ, ਤਟਸਥੀ ਲਖਣਾਂ ਦੁਆਰਾ ਜਿਸ ਦਾ ਕਥਨ ਕੀਤਾ ਜਾਵੇ, ਇਹ ਸਾਰਿਆਂ ਨਾਲੋਂ ਉੱਤਮ ਪਰਮੇਸ਼ਰ ਦੀ ਕਥਾ ਹੈ। ਨਾਮ ਸੁਨਤ ਦਰਦ ਦੁਖ ਲੱਥਾ, ਜੋ ਪਰਮੇਸ਼ਰ ਦਾ ਨਾਮ ਸਰਵਣ ਕਰਦੇ ਆ, ਉਹਨਾਂ ਦਾ ਦਰਦ ਪੀੜਾ, ਅਵਿਦਿਆ ਦੀਆਂ ਜੰਮਣ ਮਰਨ ਦੀਆਂ ਪੀੜਾਂ ਆਦਿਕ ਦੁੱਖ ਸਾਰਾ ਹੀ ਲਹਿ ਜਾਂਦਾ ਹੈ। ਨਾਮ ਕੀ ਮਹਿਮਾ ਸੰਤ ਰਿਦ ਵਸੈ, ਪਾਤਸ਼ਾਹ ਦੇ ਨਾਮ ਦੀ ਜਿਹੜੀ ਵਡਿਆਈ ਹੈ, ਇਹ ਸੰਤਾਂ ਦੇ ਹਿਰਦਿਆਂ ਵਿੱਚ ਵਸਦੀ ਹੈ। ਦੂਸਰੇ ਜਾਣ ਹੀ ਨਹੀਂ ਸਕਦੇ ਨਾਮ ਦੀ ਮਹਿਮਾ ਨੂੰ ਕਿੰਨੀ ਕੁ ਹੈ। ਸੰਤ ਪ੍ਰਤਾਪ ਦੁਰਤ ਸਭ ਨਸੈ, ਇਨ੍ਹਾਂ ਸੰਤਾਂ ਦੀ ਕਮਾਈ ਦੇ ਪ੍ਰਤਾਪ ਕਰਕੇ ਦੁਰਤ ਨਾਮ ਦਵੈਤ ਚ ਪ੍ਰੀਤੀ ਕਰਨੀ, ਪਾਪ ਸਭ ਪਾਪ ਨਾਸ਼ ਹੋ ਜਾਂਦੇ, ਨਸ ਜਾਂਦੇ ਆ। ਸੰਤ ਕਾ ਸੰਗ ਬੜ ਭਾਗੀ ਪਾਈਐ, ਜਿਨ੍ਹਾਂ ਨੂੰ ਸਾਸ ਗਿਰਾਸ ਭੁੱਲਦਾ ਨਹੀਂ ਵਾਹਿਗੁਰੂ, ਉਹਨਾਂ ਮਹਾਂਪੁਰਖਾਂ ਸੰਤਾਂ ਭਗਤਾਂ ਦਾ ਜਿਹੜਾ ਸਾਥ ਹੈ, ਬਹੁਤ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਕਰੀਦਾ ਹੈ। ਸੰਤ ਕੀ ਸੇਵਾ ਨਾਮ ਧਿਆਈਐ, ਸੰਤ ਦੀ ਸੇਵਾ ਕਰਕੇ ਪਰਮੇਸ਼ਰ ਦਾ ਨਾਮ ਧਿਆਉਣਾ ਕਰੀਏ। ਸੰਤ ਬਾਬਾ ਮੁਰਾਰੇ ਵਾਲੇ ਸੰਤ ਬਿਸ਼ਨ ਸਿੰਘ ਜੀ ਸਨ, ਜਿਹੜੇ ਉਹਨਾਂ ਦੀ ਸੇਵਾ ਕਰਨ ਵਾਸਤੇ ਸਿੰਘ ਕਹਿਆ ਕਰਨ ਕਿ ਮਹਾਰਾਜ ਅਸੀਂ ਸੇਵਾ ਕਰੀਏ। ਮਹਾਂਪੁਰਖ ਕਹਿਆ ਕਰਨ ਭਈ ਸਤਿਗੁਰਾਂ ਦਾ ਹੁਕਮ ਹੈ, ਸੰਤ ਕੀ ਸੇਵਾ ਨਾਮ ਧਿਆਈਐ। ਸੰਤ ਦੀ ਸੇਵਾ ਜਿਹੜੀ ਹੈ, ਨਾਮ ਨੂੰ ਧਿਆਇਆ ਕਰੋ। ਸੰਤਾਂ ਦੀ ਖੁਸ਼ੀ ਇਸੇ ਵਿੱਚ ਹੈ ਕਿ ਤੁਸੀਂ ਬੈਠ ਕੇ ਇੱਕ ਜਪਜੀ ਸਾਹਿਬ ਕਰ ਲਓ, ਇੱਕ ਘੜੀ 2 ਘੜੀਆਂ ਸਿਮਰਨ ਕਰ ਲਓ। ਇਹੀ ਭਾਈ ਸੰਤਾਂ ਦੀ ਸੇਵਾ ਹੈ। ਪਰਮੇਸ਼ਰ ਦਾ ਸਿਮਰਨ ਕਰੋ, ਇਹੋ ਸੇਵਾ ਸੰਤ ਦੀ ਸਮਝੋ। ਉਹ ਮਹਾਂਪੁਰਖ ਪਿਆਰ ਨਾਲ ਕਿਹਾ ਕਰਦੇ, ਸੇਵਾ ਵੀ ਕਰੀਏ ਸਾਧ ਸੰਗਤ ਦੀ, ਜਿਸ ਸੰਗਤ ਵਿੱਚੋਂ ਪਰਮੇਸ਼ਰ ਦੇ ਨਾਮ ਨੂੰ ਧਿਆ ਸਕੀਏ। ਨਾਮ ਤੁਲ ਕਛ ਅਵਰ ਨਾ ਹੋਏ, ਪਰਮੇਸ਼ਰ ਦੇ ਨਾਮ ਦੇ ਤੁਲ ਬਰਾਬਰ ਅਵਰ ਕੋਈ ਸਾਧਨ ਦੁਨੀਆ ਦਾ ਨਹੀਂ ਹੋ ਸਕਦਾ। ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ, ਸਤਿਗੁਰੂ ਜੀ ਕਹਿੰਦੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਕੋਈ ਕੋਈ ਕਰੋੜਾਂ ਵਿੱਚੋਂ ਹੈ ਜਿਹੜਾ ਨਾਮ ਪ੍ਰਾਪਤ ਕਰਦਾ, ਨਹੀਂ ਤਾਂ ਫਾਲਤੂ ਪਸਾਰਿਆਂ ਵਿੱਚ ਹੀ ਸਾਰੀ ਫਸੀ ਪਈ ਹੈ ਸ੍ਰਿਸ਼ਟੀ। ਸੋ ਪਿਆਰੀ ਸਾਧ ਸੰਗਤ ਜੀ, ਇਹ ਸੀ ਦੂਸਰੀ ਅਸ਼ਟਪਦੀ ਦੀ ਵਿਚਾਰ ਅੱਜ ਮੁਕੰਮਲ ਹੋ ਚੁੱਕੀ ਹੈ, ਸੰਪੂਰਨ ਹੋ ਚੁੱਕੀ ਹੈ। ਕੱਲ ਰੋਜ਼ ਤੋਂ ਫਿਰ ਸਤਿਗੁਰੂ ਕਿਰਪਾ ਕਰਨ ਤੀਸਰੀ ਅਸ਼ਟਪਦੀ ਦਾ ਤੀਸਰਾ ਸ਼ਲੋਕ ਪ੍ਰਾਰੰਭ ਹੋਣ ਜਾ ਰਿਹਾ ਹੈ। ਭਾਵ ਤੀਸਰੀ ਅਸ਼ਟਪਦੀ ਆਰੰਭ ਹੋਣ ਜਾ ਰਹੀ ਹੈ। ਉਸ ਦੀ ਵਿਚਾਰ ਅਸੀਂ ਕੱਲ ਨੂੰ ਆਪ ਜੀ ਨਾਲ ਸਾਂਝੀ ਕਰਾਂਗੇ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ। ਗੁਰੂ ਪਿਆਰੀ ਸੰਗਤ ਜੀ, ਵਿਚਾਰ ਕਰਦਿਆਂ ਧੁਰ ਕੀ ਅੰਮ੍ਰਿਤਮਈ ਬਾਣੀ ਪੜ੍ਹਦਿਆਂ, ਗੁਰਬਾਣੀ ਸਾਹਿਬ ਜੀ ਨੂੰ ਗਾਉਂਦਿਆਂ, ਲਗਾ ਮਾਤਰਾ ਔਂਕੜ ਸਿਹਾਰੀ ਕੰਨਾ ਬਿੰਦੀ ਬੋਲਦਿਆਂ, ਸੱਚੇ ਪਾਤਸ਼ਾਹ ਜੀ ਸਾਡੇ ਜੀਵਾਂ ਪਾਸੋਂ ਵੱਧ ਘੱਟ ਭੁੱਲ ਚੁੱਕ ਹੋ ਜਾਂਦੀ ਹੈ। ਆਪ ਗੁਰੂ ਪਿਆਰੀ ਸੰਗਤ ਜੀ ਬਖਸ਼ਣ ਯੋਗ ਹੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਗੁਰੂ ਸਾਹਿਬ ਜੀ ਬਖਸ਼ਣ ਯੋਗ ਹਨ, ਬਖਸ਼ ਲੈਣ। ਭੁੱਲਾਂ ਨਾ ਚਿਤਾਰਨੀਆਂ, ਦੇਹੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।